Religion Outlook। ਅਸੀਂ ਅਕਸਰ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਵੇਖਦੇ ਹਾਂ ਕੁਝ ਇਨਸਾਨ ਜਿਨ੍ਹਾਂ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੁੰਦੇ ਨੇ, ਹੱਥ ਦੇ ਵਿੱਚ ਬੀਣ ਫੜੀ ਹੁੰਦੀ ਹੈ, ਕਈ ਵਾਰ ਗਲ ਦੇ ਵਿੱਚ ਸੱਪ ਦੀ ਸ਼ਕਲ ਦੀ ਸੋਟੀ ਵੀ ਪਾਈ ਹੁੰਦੀ ਹੈ, ਹੱਥ ਦੇ ਵਿੱਚ ਠੂਠਾ ਵੀ ਫੜਿਆ ਹੋ ਸਕਦਾ ਹੈ ਦਾਨ ਪੁੰਨ ਇਕੱਠਾ ਕਰਨ ਦੇ ਲਈ। ਅਸੀਂ ਇਹਨਾਂ ਨੂੰ ਜੋਗੀ ਕਹਿ ਦਿੰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 368ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਸਾਨੂੰ ਦੱਸਦੇ ਹਨ ਕਿ ਇਹ ਜੋਗੀ ਲੋਕ ਆਪਣੇ ਮਨ ਨੂੰ ਸਥਿਰ ਕਰਨ ਦੇ ਲਈ ਕੀ ਕਰਦੇ ਨੇ, ਜੋ ਵੀ ਇਹ ਕਰਦੇ ਨੇ ਉਹਦਾ ਇਹਨਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ, ਤੇ ਨਾਲ ਦੀ ਨਾਲ ਜੋਗੀ ਲੋਕਾਂ ਨੂੰ ਵੀ ਤੇ ਸਾਨੂੰ ਵੀ ਹਦਾਇਤ ਕਰਦੇ ਨੇ ਕਿ ਮਨ ਨੂੰ ਸਥਿਰ ਕਰਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਦੂਸਰਾ ਸ਼ਬਦ ਜੋ ਅਸੀਂ ਪੜ੍ਹਨਾ ਹੈ ਬੜਾ ਹੀ ਦਿਲਚਸਪ ਹੈ। ਮੁੱਢ ਤੋਂ ਹੀ ਇਨਸਾਨ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੁੰਦਾ ਰਿਹਾ ਹੈ। ਭਗਤੀ ਕਰਨ ਦੇ ਲਈ ਵੱਖ-ਵੱਖ ਤਬਕੇ, ਵੱਖ-ਵੱਖ ਧਰਮਾਂ ਦੇ ਇਨਸਾਨਾਂ ਨੇ ਵੱਖ-ਵੱਖ ਵਿਧੀਆਂ ਬਣਾ ਲਈਆਂ ਹੋਈਆਂ ਨੇ। ਉਹਨਾਂ ਵਿਧੀਆਂ ਨੂੰ ਸੰਪੂਰਨ ਕਰਨ ਦੇ ਲਈ ਸਮਾਂ ਲੱਗਦਾ ਹੈ। ਕਈ ਵਿਧੀਆਂ ਅਜਿਹੀਆਂ ਵੀ ਨੇ ਜਿਨ੍ਹਾਂ ਨੂੰ ਸਿੱਖਣ ਦੇ ਲਈ ਵੀ ਸਮਾਂ ਲੱਗਦਾ ਹੈ। ਇਸ ਬਾਬਤ ਹੀ ਗੁਰੂ ਰਾਮਦਾਸ ਸਾਹਿਬ ਦੂਸਰੇ ਸ਼ਬਦ ਦੇ ਵਿੱਚ ਗੱਲਬਾਤ ਕਰਦੇ ਨੇ। ਮੁੱਖ ਬਿੰਦੂ ਉਸ ਸ਼ਬਦ ਦਾ ਇਹ ਹੈ ਕਿ ਜਿੰਨਾ ਸਮਾਂ ਉਹਨਾਂ ਵਿਧੀਆਂ ਨੂੰ ਕਰਨ ਤੇ ਜਾਂ ਸਿੱਖਣ ਤੇ ਲੱਗਦਾ ਹੈ, ਤੁਸੀਂ ਓਨਾ ਸਮਾਂ ਵੀ ਕਿਉਂ ਲਗਾਉਣਾ ਹੈ, ਜਦ ਕਿ ਤੁਸੀਂ ਇਸੇ ਪਲ ਪਰਮਾਤਮਾ ਨੂੰ ਯਾਦ ਕਰ ਸਕਦੇ ਹੋ। ਤੀਸਰਾ ਤੇ ਆਖਰੀ ਸ਼ਬਦ ਜੋ ਅੱਜ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਨਾ ਹੈ, ਉਹਦੇ ਵਿੱਚ ਵੀ ਗੁਰੂ ਸਾਹਿਬ ਦੂਸਰੇ ਸ਼ਬਦ ਵਾਲੀ ਗੱਲਬਾਤ ਨੂੰ ਹੀ ਅੱਗੇ ਵਧਾਉਂਦੇ ਹਨ। ਸੋ ਕਿਰਪਾ ਕਰਿਓ ਵੀਡੀਓ ਨੂੰ ਅੰਤ ਤੱਕ ਵੇਖਿਓ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਚੰਗੀ ਲੱਗੇ ਤੇ ਅੱਗੇ ਲੋਕਾਂ ਦੇ ਤੱਕ ਵੀ ਜ਼ਰੂਰ ਪਹੁੰਚਾ ਦਿਓ। ਆਓ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 368ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮਹਿਲਾ ਚੌਥਾ। ਰਾਗ ਆਸਾ ਘਰ ਛੇਵੇਂ ਕੇ ਤਿੰਨ, ਭਾਵ ਕਿ ਛੇਵੇਂ ਘਰ ਦੇ ਵਿੱਚ ਤਿੰਨ ਸ਼ਬਦ ਨੇ ਜੋ ਅਸੀਂ ਅੱਜ ਦੀ ਬਾਣੀ ਦੇ ਵਿੱਚ ਹੀ ਪੜ੍ਹ ਲੈਣੇ ਨੇ। ਅੱਜ ਦੀ ਵੀਡੀਓ ਦੇ ਵਿੱਚ ਹੀ ਉਹ ਤਿੰਨੋਂ ਹੀ ਸ਼ਬਦ ਆਪਾਂ ਪੜ੍ਹ ਲੈਣੇ ਹਨ। ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੇਨ, ਗੁਰਮਤ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਨ। ਕਰ ਸ਼ਬਦ ਤੋਂ ਭਾਵ ਹੈ ਫੜ ਕੇ। ਹੱਥ ਕਰ ਜਾਣੀ ਹੱਥ ਦੇ ਵਿੱਚ ਫੜ ਕੇ। ਕਿਹੜੀ ਚੀਜ਼? ਕਿੰਗਰੀ, ਜੋ ਕਿ ਇੱਕ ਤੁੰਬੀ ਦੀ ਸ਼ਕਲ ਦਾ ਜਾਂ ਤੁੰਬੀ ਦੇ ਆਕਾਰ ਦਾ ਸਾਜ਼ ਹੈ, ਤੁੰਬੀ ਵਰਗਾ ਹੀ ਹੈ। ਜਿਵੇਂ ਤੁੰਬੀ ਦੇ ਤਾਰ ਹੁੰਦੀ ਹੈ ਵਜਾਉਣ ਦੇ ਲਈ, ਉਸੇ ਪ੍ਰਕਾਰ ਕਿੰਗਰੀ ਦੇ ਵੀ ਤਾਰ ਹੁੰਦੀ ਹੈ ਵਜਾਉਣ ਦੇ ਲਈ। ਹੱਥ ਕਰ ਤੰਤ ਵਜਾਵੈ ਜੋਗੀ, ਜੋਗੀ ਕਿੰਗਰੀ ਨੂੰ ਹੱਥ ਦੇ ਵਿੱਚ ਫੜ ਕੇ ਤਾਰ ਵਜਾਉਂਦਾ ਹੈ। ਥੋਥਰ ਵਾਜੈ ਬੇਨ, ਹਾਲਾਂਕਿ ਬੇਨ ਦਾ ਅਰਥ ਬੀਣਾ ਬਣਦਾ ਹੈ, ਪਰ ਕਿਉਂਕਿ ਪੰਕਤੀ ਦੇ ਪਹਿਲੇ ਹਿੱਸੇ ਦੇ ਵਿੱਚ ਕਿੰਗਰੀ ਦੀ ਗੱਲ ਹੋਈ ਹੈ ਤੇ ਅਸੀਂ ਇੱਥੇ ਵੀ ਕਿੰਗਰੀ ਹੀ ਸਮਝ ਸਕਦੇ ਹਾਂ। ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੇਨ, ਜੋ ਉਹਦੀ ਉਹ ਕਿੰਗਰੀ ਹੈ ਉਹ ਬੇਅਸਰ ਵੱਜਦੀ ਹੈ, ਕਿਉਂਕਿ ਉਹਦਾ ਮਨ ਹਰ ਨਾਮ ਤੋਂ ਸੁੰਨਾ ਟਿਕਿਆ ਰਹਿੰਦਾ ਹੈ। ਮਨ ਦੇ ਵਿੱਚ ਹਰ ਨਾਮ ਦਾ ਵਾਸ ਨਹੀਂ ਹੈ, ਤਾਂ ਹੱਥ ਦੇ ਵਿੱਚ ਵਜਾਉਣ ਵਾਲੀ ਤੁੰਬੀ, ਕਿੰਗਰੀ, ਬੀਣਾ ਉਹ ਬੇਅਸਰ ਵੱਜ ਰਹੀ ਹੈ। ਤੇ ਦੂਸਰੀ ਜੋ ਪੰਕਤੀ ਹੈ ਉਹਦੇ ਵਿੱਚ ਗੁਰੂ ਜੀ ਜੋਗੀ ਨੂੰ ਹਦਾਇਤ ਕਰਦੇ ਨੇ, ਕਹਿੰਦੇ ਗੁਰਮਤ ਹਰ ਗੁਣ ਬੋਲੋ ਜੋਗੀ, ਇਹ ਜੋਗੀ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ। ਇਸ ਤਰ੍ਹਾਂ ਇਹੋ ਮਨੁਆ ਹਰ ਰੰਗ ਭੇਨ, ਇਹ ਅਮੋੜ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਭਿੱਜਿਆ ਰਹਿੰਦਾ ਹੈ। ਬੀਣਾ ਵਜਾਉਣ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਨਹੀਂ ਹੁੰਦੀ, ਪ੍ਰਮਾਤਮਾ ਦੇ ਗੁਣ ਗਾਣ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਹੋ ਜਾਂਦੀ ਹੈ। ਜੋਗੀਆਂ ਦੇ ਲਈ ਇਹ ਗੱਲ ਕਿਉਂ ਕੀਤੀ ਗਈ? ਕਿਉਂਕਿ ਜੋਗੀ ਲੋਕ ਅਕਸਰ ਇਸ ਮਕਸਦ ਨੂੰ ਲੈ ਕੇ ਹੀ ਘਰੋਂ ਨਿਕਲਦੇ ਹਨ ਕਿ ਉਹਨਾਂ ਨੇ ਦੁਨੀਆ ਦੇ ਮੋਹ ਨੂੰ ਛੱਡਣਾ ਹੈ, ਪ੍ਰਮਾਤਮਾ ਦੇ ਨਾਲ ਸਾਂਝ ਗੰਢਣੀ ਹੈ। ਤੇ ਜੋ ਉਹਨਾਂ ਦੀ ਮੱਤ ਹੈ ਉਹ ਇਹ ਹੈ ਕਿ ਪ੍ਰਮਾਤਮਾ ਦੇ ਨਾਲ ਸਾਂਝ ਇਹਨਾਂ ਦੁਨਿਆਵੀ ਕਾਰਜਾਂ ਦੇ ਰਾਹੀਂ ਗੰਢੀ ਜਾਂਦੀ ਹੈ। ਬੀਣਾ ਵਜਾਉਣੀ, ਖਾਸ ਕਿਸਮ ਦੇ ਕੱਪੜੇ ਪਾ ਲੈਣੇ, ਹੱਥ ਦੇ ਵਿੱਚ ਠੂਠਾ ਫੜ ਲੈਣਾ, ਕੰਮਕਾਰ ਕਰਨਾ ਛੱਡ ਦੇਣਾ,
ਲੋਕਾਂ ਦੀ ਦਇਆ ਦੇ ਉੱਤੇ ਆਪਣੇ ਜੀਵਨ ਨੂੰ ਨਿਰਭਰ ਕਰ ਲੈਣਾ, ਇਹ ਉਹਨਾਂ ਦੀ ਮੱਤ ਹੈ। ਉਹਦੇ ਵਿੱਚੋਂ ਬੀਣ ਦੀ ਉਦਾਹਰਣ ਲੈ ਕੇ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਿ ਪ੍ਰਮਾਤਮਾ ਦੇ ਨਾਲ ਸਾਂਝ ਗੰਢਣੀ ਹੈ ਤਾਂ ਦੁਨਿਆਵੀ ਤੌਰ 'ਤੇ ਬੀਣ ਵਜਾਉਣ ਦੇ ਨਾਲ ਨਹੀਂ ਗੰਢੀ ਜਾਣੀ, ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਾਂਗੇ ਤਾਂ ਗੰਢੀ ਜਾ ਸਕਦੀ ਹੈ। ਜੋਗੀ ਹਰ ਦੇਹੋ ਮਤੀ ਉਪਦੇਸ਼, ਜੁਗ ਜੁਗ ਹਰ ਹਰ ਇੱਕੋ ਵਰਤੈ, ਤਿਸ ਆਗੈ ਹਮ ਆਦੇਸ ਰਹਾਉ। ਹੇ ਜੋਗੀ, ਤੁਸੀਂ ਆਪਣੇ ਮਨ ਨੂੰ ਹਰ ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ। ਉਹ ਪ੍ਰਮਾਤਮਾ ਹਰੇਕ ਯੁੱਗ ਵਿੱਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ, ਮੈਂ ਤਾਂ ਉਸ ਪ੍ਰਮਾਤਮਾ ਅੱਗੇ ਹੀ ਸਿਰ ਨਿਵਾਉਂਦਾ ਹਾਂ। ਰਹਾਉ। ਗਾਵੈ ਰਾਗ ਭਾਂਤ ਬਹੁ ਬੋਲੈ, ਇਹੋ ਮਨੁਆ ਖੇਲੈ ਖੇਲ। ਜੋਗੀ ਕਈ ਪ੍ਰਕਾਰ ਦੇ ਰਾਗ ਗਾਉਂਦੇ ਨੇ, ਕਈ ਕਿਸਮ ਦੇ ਬੋਲ ਬੋਲਦੇ ਨੇ, ਪਰ ਉਹਨਾਂ ਦਾ ਇਹ ਮਨ ਹੋਰ ਹੀ ਖੇਡਾਂ ਖੇਡਦਾ ਰਹਿੰਦਾ ਹੈ। ਜੋ ਵੀ ਕੁਝ ਕਰਕੇ ਉਹ ਲੋਕਾਂ ਨੂੰ ਦਿਖਾਉਂਦੇ ਨੇ, ਉਹ ਸਭ ਕਰਦੇ ਹੋਏ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹੀ ਚੱਲਦਾ ਰਹਿੰਦਾ ਹੈ ਕਿ ਇਹ ਲੋਕ ਮੇਰੇ ਕੀਤੇ ਹੋਏ ਕਰਤੱਵ ਤੋਂ ਖੁਸ਼ ਹੋ ਜਾਣ, ਮੈਨੂੰ ਦਾਨ ਦਕਸ਼ਨਾ ਦੇ ਦੇਣ। ਕਿਤੇ ਇਹ ਨਾ ਹੋਵੇ ਕਿ ਮੈਂ ਆਪਣਾ ਸਮਾਂ ਇਹਨਾਂ ਨੂੰ ਖੁਸ਼ ਕਰਨ ਦੇ ਵਿੱਚ ਬਰਬਾਦ ਕਰਦਾ ਰਵਾਂ ਅਤੇ ਇਹ ਬਿਨਾਂ ਕੁਝ ਦਿੱਤਿਆਂ ਹੀ ਮੇਰੇ ਰਾਗਾਂ ਦਾ, ਮੇਰੇ ਬੋਲਾਂ ਦਾ ਆਨੰਦ ਮਾਣ ਕੇ ਚੱਲਦੇ ਬਣ। ਮਨ ਹੋਰ ਹੀ ਖੇਡਾਂ ਖੇਡ ਰਿਹਾ ਹੈ। ਬੇਸ਼ੱਕ ਉਹ ਰਾਗ ਵਜਾ ਰਹੇ ਨੇ, ਕਈ ਕਿਸਮ ਦੇ ਬੋਲ ਰਹੇ ਨੇ। ਗਾਵੈ ਰਾਗ ਭਾਂਤ ਬਹੁ ਬੋਲੈ, ਇਹ ਮਨੁਆ ਖੇਲੈ ਖੇਲ। ਜੋ ਵੈ ਕੂਪ ਸਿੰਚਨ ਕੋ ਵਸੁਦਾ, ਉੱਠ ਬੈਲ ਗਏ ਚਰਬੇ। ਵਸੁਦਾ ਜਾਣੀ ਧਰਤੀ। ਆਪਣੇ ਮਨ ਦੀ ਸ਼ਕਤੀ ਦਾ ਇਸਤੇਮਾਲ ਕਰਕੇ ਰਾਗ ਵਜਾਣੇ, ਕਈ ਕਿਸਮ ਦੀਆਂ ਗੱਲਾਂ ਕਰਨੀਆਂ, ਲੋਕਾਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨੀ, ਪਰ ਉਹਨਾਂ ਸਭ ਦਾ ਆਪਣੇ ਹੀ ਮਨ 'ਤੇ ਅਸਰ ਨਾ ਹੋਣਾ। ਗੁਰੂ ਜੀ ਕਹਿੰਦੇ ਇੰਜ ਹੈ ਜਿਵੇਂ ਕਿਸਾਨ ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਨੇ। ਉਹਨਾਂ ਵੇਲਿਆਂ ਦੇ ਵਿੱਚ ਬੈਲਾਂ ਦੇ ਨਾਲ, ਬਲਦਾਂ ਦੇ ਨਾਲ ਖੂਹ ਜੋਏ ਜਾਂਦੇ ਸਨ। ਜੋ ਬੈ ਕੂਪ ਸਿੰਚਨ ਕੋ ਵਸੁਦਾ, ਉੱਠ ਬੈਲ ਗਏ ਚਰਬੇ। ਜਿਨ੍ਹਾਂ ਬੈਲਾਂ ਦੀ, ਜਿਨ੍ਹਾਂ ਬਲਦਾਂ ਦੀ ਵਰਤੋਂ ਕਰਕੇ ਖੇਤ ਨੂੰ ਸਿੰਜਿਆ ਗਿਆ, ਉਹੀ ਬਲਦ ਜੇ ਖੇਤ ਦੇ ਵਿੱਚ ਉੱਗੀ ਹੋਈ ਬੇਲ ਨੂੰ ਖਾ ਜਾਣ ਤਾਂ ਕਿਸਾਨ ਵਾਪਸ ਤੋਂ ਉੱਥੇ ਹੀ ਆ ਗਿਆ ਜਿੱਥੋਂ ਉਹਨੇ ਸ਼ੁਰੂਆਤ ਕੀਤੀ, ਖਾਲੀ ਖੇਤ ਤੋਂ, ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ। ਸੋ ਉਹੀ ਗੱਲ ਹੈ, ਜਦੋਂ ਤੁਸੀਂ ਦੁਨਿਆਵੀ ਕਾਰਜ ਕਰ ਰਹੇ ਹੋ, ਲੋਕਾਂ ਨੂੰ ਸਿੱਖਿਆਵਾਂ ਦੇ ਰਹੇ ਹੋ, ਆਪਣੇ ਮਨ 'ਤੇ ਉਹਨਾਂ ਸਿੱਖਿਆਵਾਂ ਦਾ ਕੋਈ ਅਸਰ ਵਸਾ ਨਹੀਂ ਰਹੇ, ਤਾਂ ਤੁਹਾਡੀ ਹਾਲਤ ਵੀ ਉਸ ਕਿਸਾਨ ਵਰਗੀ ਹੀ ਹੋ ਜਾਂਦੀ ਹੈ ਜਿਹਦੇ ਆਪਣੇ ਹੀ ਬੈਲ ਉਹਦੇ ਖੇਤ ਵਿੱਚ ਉੱਗੀ ਹੋਈ ਬੇਲ ਨੂੰ ਖਾ ਜਾਂਦੇ। ਕਾਇਆ ਨਗਰ ਮਹਿ ਕਰਮ ਹਰ ਬੋਵੋ, ਹਰ ਜਾਮੈ ਹਰਿਆ ਖੇਤ। ਮਨੁਆ ਅਸਥਿਰ ਬੈਲ ਮਨ ਜੋਵੋ, ਹਰ ਸਿੰਚੋ ਗੁਰਮਤਿ ਜੇਤ। ਹੇ ਜੋਗੀ, ਇਸ ਸਰੀਰ ਨਗਰ ਵਿੱਚ ਹਰੀ ਨਾਮ ਸਿਮਰਨ ਦੇ ਕਰਮ ਬੀਜੋ। ਜਿਹੜਾ ਮਨੁੱਖ ਆਪਣੇ ਹਿਰਦੇ ਖੇਤ ਵਿੱਚ ਹਰੀ ਨਾਮ ਬੀਜਦਾ ਹੈ, ਉਸ ਦੇ ਅੰਦਰ ਹਰੀ ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ। ਇਹ ਜੋਗੀ, ਸਿਮਰਨ ਦੀ ਬਰਕਤ ਨਾਲ ਇਸ ਮਨ ਨੂੰ ਡੋਲਣ ਤੋਂ ਰੋਕੋ। ਅਡੋਲ ਹੋਏ ਇਸ ਮਨ ਨੂੰ, ਮਨ ਰੂਪੀ ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮੱਤ ਦੇ ਰਾਹੀਂ ਆਪਣੇ ਅੰਦਰ ਹਰੀ ਨਾਮ ਜਲ ਸਿੰਜੋ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹੋ ਮਤੀ ਤਿਤ ਚੇਲ। ਚੇਲ ਤੋਂ ਭਾਵ ਚੱਲਣਾ। ਪਰ ਗੁਰੂ ਜੀ ਕਹਿੰਦੇ ਜੀਵਾਂ ਦੇ ਵੱਸ ਦੀ ਗੱਲ ਨਹੀਂ। ਹੇ ਪ੍ਰਭੂ, ਹੇ ਪ੍ਰਮਾਤਮਾ, ਇਹ ਜੋਗੀ ਵੀ, ਜੰਗਮ ਵੀ, ਸਾਰੀ ਸ੍ਰਿਸ਼ਟੀ ਹੀ ਤੁਹਾਡੀ ਹੈ। ਇਸ ਸ੍ਰਿਸ਼ਟੀ ਦੇ ਵਿੱਚ ਜਿਸ ਕਿਸੇ ਨੂੰ ਤੁਸੀਂ ਜਿਹੋ ਜਿਹੀ ਮੱਤ ਦਿੰਦੇ ਹੋ, ਉਹ ਉਸੇ ਪ੍ਰਕਾਰ ਹੀ ਚੱਲਦਾ ਹੈ। ਜਨ ਨਾਨਕ ਕੇ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਪੇਲ। ਪੇਲ ਭਾਵ ਕੀ ਪ੍ਰੇਰ ਕੇ। ਦਾਸ ਨਾਨਕ ਦੇ, ਹੇ ਅੰਤਰਜਾਮੀ ਪ੍ਰਭੂ, ਸਾਡੇ ਤੇ ਮਿਹਰ ਕਰ, ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪਣੇ ਚਰਨਾਂ ਦੇ ਵਿੱਚ ਜੋੜ। ਆਸਾ ਮਹਿਲਾ ਚੌਥਾ। ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ। ਆਵਤ ਜਾਤ ਬਾਰ ਖਿਨ ਲਾਗੈ, ਹਉ ਤਬ ਲਗ ਸਮਾਰੋ ਨਾਮ। ਗੁਰੂ ਜੀ ਕਹਿੰਦੇ ਕਿਉਂ ਕੋਈ ਤਾਲ ਦੇਣ ਵਾਸਤੇ ਘੁੰਗਰੂ ਲੱਭਦਾ ਫਿਰੇ, ਕਿਉਂ ਕੋਈ ਰਵਾਬ ਆਦਿਕ
ਵਜਾਉਂਦਾ ਫਿਰੇ। ਘੁੰਗਰੂ ਲੱਭਣ ਦੇ ਵਿੱਚ, ਘੁੰਗਰੂਆਂ ਨੂੰ ਪਹਿਨਣ ਦੇ ਵਿੱਚ, ਰਬਾਬ ਨੂੰ ਸੈੱਟ ਕਰਨ ਦੇ ਵਿੱਚ, ਰਬਾਬ ਨੂੰ ਵਜਾਉਣ ਦੇ ਵਿੱਚ, ਇਹਨਾਂ ਸਾਰੇ ਕਾਰਜਾਂ ਦੇ ਵਿੱਚ ਸਮਾਂ ਲੱਗਦਾ ਹੈ। ਤੇ ਨਾਲ ਹੀ ਸਾਨੂੰ ਦੱਸਦੇ ਨੇ, ਕਹਿੰਦੇ ਮੈਂ ਤਾਂ ਉਨਾ ਸਮਾਂ ਵੀ ਪ੍ਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ। ਆਵਤ ਜਾਤ ਬਾਰ ਖਿਨ ਲਾਗੈ, ਹਉ ਤਬ ਲਗ ਸਮਾਰੋ ਨਾਮ। ਮੇਰਾ ਮਨ ਐਸੀ ਭਗਤ ਬਨ ਆਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ ਰਹਾਓ। ਕਹਿੰਦੇ ਹੇ ਭਾਈ, ਮੇਰੇ ਮਨ ਵਿੱਚ ਪ੍ਰਮਾਤਮਾ ਦੀ ਭਗਤੀ ਕੁਝ ਇਹੋ ਜਿਹੀ ਬਣ ਗਈ ਹੈ ਕਿ ਮੈਂ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਘੜੀ ਪਲ ਵੀ ਰਹਿ ਨਹੀਂ ਸਕਦਾ। ਜਿਵੇਂ ਪਾਣੀ ਤੋਂ ਵਿਛੜ ਕੇ ਮਛਲੀ ਨਹੀਂ ਰਹਿ ਸਕਦੀ, ਮਰ ਜਾਂਦੀ ਹੈ, ਉਸੇ ਪ੍ਰਕਾਰ ਹੀ ਜੇ ਪ੍ਰਮਾਤਮਾ ਦੀ ਯਾਦ ਮੇਰੇ ਮਨ 'ਚੋਂ ਖੁੰਝ ਜਾਏ ਕੁਝ ਪਲਾਂ ਦੇ ਲਈ, ਤੇ ਮੈਨੂੰ ਲੱਗਦਾ ਜਿਵੇਂ ਆਤਮਕ ਮੌਤ ਆ ਗਈ ਹੋਵੇ। ਕਬ ਕੋ ਮੇਲੈ ਪੰਜ ਸੱਤ ਗਾਇਣ, ਕਬ ਕੋ ਰਾਗ ਧੁਨ ਉਠਾਵੈ, ਮੇਲਤ ਚੁਨਤ ਖਿਨ ਪਲ ਜਸਾ ਲਾਗੈ, ਤਬ ਲਗ ਮੇਰਾ ਮਨ ਰਾਮ ਗੁਣ ਗਾਵੈ। ਗਾਉਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਉਂਦਾ ਫਿਰੇ, ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ। ਇਹ ਤਾਰਾਂ ਸੁਰਾਂ ਮਿਲਾਉਂਦਿਆਂ, ਸੁਰ ਚੁੱਕਦਿਆਂ ਕੁਝ ਨਾ ਕੁਝ ਸਮਾਂ ਜ਼ਰੂਰ ਲੱਗਦਾ ਹੈ। ਗੁਰੂ ਜੀ ਕਹਿੰਦੇ ਮੇਰਾ ਮਨ ਤਾਂ ਉਤਨਾ ਸਮਾਂ ਵੀ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੇਗਾ। ਕਬ ਕੋ ਨਾਚੈ ਪਾਵ ਪਸਾਰੈ, ਕਬ ਕੋ ਹਾਥ ਪਸਾਰੈ, ਹਾਥ ਪਾਵ ਪਸਾਰਤ ਬਿਲਮ ਤਿਲ ਲਾਗੈ, ਤਬ ਲਗ ਮੇਰਾ ਮਨ ਰਾਮ ਸਮਾਰ। ਕਹਿੰਦੇ ਕਿਉਂ ਕੋਈ ਨੱਚਦਾ ਫਿਰੇ, ਨੱਚਣ ਵਾਸਤੇ ਕਿਉਂ ਕੋਈ ਪੈਰ ਖਿਲਾਰੇ, ਹੱਥ ਖਿਲਾਰੇ। ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਵੀ ਥੋੜ੍ਹਾ ਬਹੁਤ ਸਮਾਂ ਲੱਗਦਾ ਹੀ ਹੈ। ਮੇਰਾ ਮਨ ਉਤਨਾ ਸਮਾਂ ਵੀ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਉਂਦਾ ਰਹੇਗਾ। ਕਬ ਕੋ ਲੋਕਨ ਕੋ ਪਤਿਆਵੈ, ਲੋਕ ਪਤੀਣੈ ਨਾ ਪਤ ਹੋਏ। ਆਪਣੇ ਆਪ ਨੂੰ ਪ੍ਰਮਾਤਮਾ ਦਾ ਭਗਤ ਜ਼ਾਹਰ ਕਰਨ ਵਾਸਤੇ ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਉਂਦਾ ਫਿਰੇ। ਜੇ ਲੋਕਾਂ ਦੀ ਤਸੱਲੀ ਹੋ ਵੀ ਜਾਵੇ ਤਾਂ ਵੀ ਉਹਦੇ ਨਾਲ ਪ੍ਰਭੂ ਦੇ ਦਰ 'ਤੇ ਇੱਜ਼ਤ ਨਹੀਂ ਮਿਲੇਗੀ। ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਤਾਂ ਜੈ ਜੈ ਕਰੇ ਸਭ ਕੋਏ। ਹੇ ਦਾਸ ਨਾਨਕ ਆਖ ਕੇ ਹੇ ਭਾਈ, ਸਦਾ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਸਿਮਰਦੇ ਰਹੋ। ਹਰੇਕ ਜੀਵ ਆਪਣੇ ਆਪ ਹੀ ਤੁਹਾਡਾ ਆਦਰ ਸਤਿਕਾਰ ਕਰੇਗਾ। ਸੋ ਪੂਰੇ ਸ਼ਬਦ ਦੇ ਵਿੱਚੋਂ ਜੋ ਕੇਂਦਰੀ ਸੰਦੇਸ਼ ਨਿਕਲ ਕੇ ਆਉਂਦਾ ਹੈ ਉਹ ਇਹ ਹੈ ਕਿ ਮਨੁੱਖ ਨੇ ਇਹ ਜੋ ਦੁਨਿਆਵੀ ਤੌਰ ਤਰੀਕੇ ਬਣਾ ਲਏ ਨੇ ਪ੍ਰਮਾਤਮਾ ਨੂੰ ਯਾਦ ਕਰਨ ਦੇ, ਕਹਿੰਦੇ ਇਹਨਾਂ ਸਭਨਾਂ ਨੂੰ ਕਰਨ 'ਤੇ ਸਮਾਂ ਲੱਗਦਾ ਹੈ, ਇਹਨਾਂ ਸਭਨਾਂ ਨੂੰ ਸਿੱਖਣ 'ਤੇ ਵੀ ਸਮਾਂ ਲੱਗਦਾ ਹੈ। ਤੁਸੀਂ ਉਹ ਸਮਾਂ ਕਿਉਂ ਬਰਬਾਦ ਕਰਨਾ ਹੈ ਜਦੋਂ ਕਿ ਤੁਸੀਂ ਸਭ ਕੁਝ ਆਪਣੇ ਦੁਨਿਆਵੀ ਕੰਮਕਾਰ ਕਰਦੇ ਹੋਏ ਵੀ ਉਸ ਪ੍ਰਮਾਤਮਾ ਨੂੰ ਯਾਦ ਕਰ ਸਕਦੇ। ਕੁਝ ਖਾਸ ਕਰਨ ਦੀ ਲੋੜ ਨਹੀਂ। ਪ੍ਰਮਾਤਮਾ ਨੂੰ ਤੇ ਅਸੀਂ ਆਪਣੇ ਮਨ ਦੇ ਨਾਲ ਹੀ ਯਾਦ ਕਰਨਾ ਹੈ, ਮਨ ਦੇ ਵਿੱਚ ਹੀ ਯਾਦ ਕਰਨਾ ਹੈ। ਤਾਂ ਜਿੱਥੇ ਹੋ, ਬੈਠੇ ਹੋ, ਖੜੇ ਹੋ, ਕੰਮਕਾਰ ਕਰ ਰਹੇ ਹੋ, ਤੁਸੀਂ ਕਰ ਸਕਦੇ ਹੋ, ਤੁਸੀਂ ਯਾਦ ਕਰ ਸਕਦੇ ਹੋ ਉਸ ਪ੍ਰਭੂ ਨੂੰ ਯਾਦ ਕਰਨ ਦੇ ਲਈ ਕੋਈ ਸਾਜ਼ਾਂ, ਰਾਗਾਂ ਦੀ, ਨਾਚਾਂ ਦੀ ਲੋੜ ਨਹੀਂ ਹੁੰਦੀ। ਇਹ ਗੱਲ ਗੁਰੂ ਜੀ ਸਾਨੂੰ ਸਮਝਾਉਣਾ ਚਾਹ ਰਹੇ ਨੇ। ਆਸਾ ਮਹਿਲਾ ਚੌਥਾ। ਸਤ ਸੰਗਤ ਮਿਲੀਐ ਹਰ ਸਾਧੂ ਮਿਲ, ਸੰਗਤ ਹਰ ਗੁਣ ਗਾਏ। ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਹੇ ਮੇਰੇ ਵੀਰ, ਪ੍ਰਭੂ ਦੀ, ਗੁਰੂ ਦੀ ਸਾਧ ਸੰਗਤ ਵਿੱਚ ਮਿਲਣਾ ਚਾਹੀਦਾ ਹੈ। ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੇ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹਦੇ ਅੰਦਰ ਗੁਰੂ ਦੇ ਬਖਸ਼ੇ ਗਿਆਨ ਦਾ ਰਤਨ ਚਮਕ ਪੈਂਦਾ ਹੈ। ਉਹਦੇ ਹਿਰਦੇ ਵਿੱਚ ਆਤਮਿਕ ਚਾਨਣ ਹੋ ਜਾਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਉਹਦੇ ਹਿਰਦੇ 'ਚੋਂ ਦੂਰ ਹੋ ਜਾਂਦਾ ਹੈ। ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੈ ਮੇਰੇ ਭਾਈ, ਹਮ ਜਨ ਕੇ ਧੋਵੈ ਪਾਏ ਰਹਾਓ। ਹੇ ਹਰੀ ਦੇ ਸੇਵਕੋ, ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ। ਨਾਮ ਸਿਮਰ, ਇਹ ਨਾਚ ਨੱਚੋ। ਸਰੀਰਕ ਤੌਰ 'ਤੇ ਤੁਹਾਨੂੰ ਨੱਚਣ ਦੀ ਲੋੜ ਵੀ ਨਹੀਂ ਪਏਗੀ। ਤੁਸੀਂ ਨਾਮ ਸਿਮਰੋ, ਤੁਹਾਡਾ ਮਨ ਨੱਚ ਉੱਠੇਗਾ, ਤੁਹਾਡਾ ਮਨ ਚਾਅ ਦੇ ਨਾਲ ਭਰਪੂਰ ਹੋ ਜਾਏਗਾ। ਹੇ ਮੇਰੇ ਵੀਰ, ਜੇ ਮੈਨੂੰ ਇਹੋ ਜਿਹੇ ਸੰਤ ਜਨ
ਮਿਲ ਪੈਣ ਤਾਂ ਮੈਂ ਉਹਨਾਂ ਦੇ ਪੈਰ ਧੋਵਾਂ। ਪੈਰ ਧੋਵਾਂ ਤੋਂ ਭਾਵ ਕਿ ਮੈਂ ਉਹਨਾਂ ਤੋਂ ਸਦਕੇ ਜਾਵਾਂ, ਵਾਰੇ ਜਾਵਾਂ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹੋਵਾਂ, ਸ਼ੁਕਰੀਆ ਕਰਾਂ, ਧੰਨਵਾਦ ਕਰਾਂ ਉਹਨਾਂ ਦਾ, ਜਿਨ੍ਹਾਂ ਦੇ ਅੰਦਰ ਗਿਆਨ ਦਾ ਚਾਨਣ ਹੋਇਆ ਹੋਵੇ, ਅਗਿਆਨਤਾ ਦਾ ਹਨੇਰਾ ਦੂਰ ਹੋਇਆ ਹੋਵੇ, ਜਿਨ੍ਹਾਂ ਦਾ ਮਨ ਪ੍ਰਭੂ ਦੇ ਸਿਮਰਨ ਕਰਕੇ ਨੱਚ ਉੱਠਿਆ ਹੋਵੇ। ਅਜਿਹੇ ਸੰਤ ਜਨਾਂ ਦੇ ਮੈਂ ਪੈਰ ਧੋਵਾਂ। ਹਰ ਹਰ ਨਾਮ ਜਪੋ ਮਨ ਮੇਰੇ, ਅਨ ਦਿਨ ਹਰ ਲਿਵ ਲਾਏ, ਜੋ ਇੱਛੋ ਸੋਈ ਫਲ ਪਾਵੋ, ਫਿਰ ਭੂਖ ਨਾ ਲਾਗੈ ਆਏ। ਹੇ ਮੇਰੇ ਮਨ, ਹਰ ਰੋਜ਼ ਪ੍ਰਮਾਤਮਾ ਦੇ ਚਰਨਾਂ ਵਿੱਚ ਸੁੱਤ ਜੋੜ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਜਿਹੜੇ ਫਲ ਦੀ ਤੂੰ ਇੱਛਾ ਕਰੇਗਾ ਉਹੀ ਫਲ ਤੈਨੂੰ ਹਾਸਲ ਹੋ ਜਾਏਗਾ। ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ। ਚੇਤੇ ਕਰ ਲਈਏ ਅਸੀਂ ਉਹ ਸੰਦੇਸ਼ ਕਿ ਮਨ ਇੱਛਤ ਫਲ। ਦੇਖੋ ਇਸ ਪੰਕਤੀ ਦੇ ਵਿੱਚ ਕੀ ਹੈ ਕਿ ਮੁੜ ਕਦੇ ਤੈਨੂੰ ਮਾਇਆ ਦੀ ਭੁੱਖ ਨਹੀਂ ਲੱਗੇਗੀ। ਇਹ ਮਹੱਤਵਪੂਰਨ ਹਿੱਸਾ ਹੈ ਇਸ ਸਿੱਖਿਆ ਦਾ ਕਿ ਅਸੀਂ ਮਨ ਇੱਛਤ ਫਲ ਹਾਸਲ ਕਰ ਸਕਦੇ ਹਾਂ, ਮਾਇਕ ਫਲ ਨਹੀਂ ਹਾਸਲ ਕਰ ਸਕਦੇ। ਮਾਇਕ ਫਲਾਂ ਦੀ ਤੇ ਸਾਡੇ ਅੰਦਰੋਂ ਭੁੱਖ ਹੀ ਖਤਮ ਹੋ ਜਾਂਦੀ ਹੈ। ਮਾਇਕ ਪਦਾਰਥ, ਦੁਨਿਆਵੀ ਪਦਾਰਥਾਂ ਦਾ ਅਸੀਂ ਇੱਛੁਕ ਹੀ ਨਹੀਂ ਰਹਿੰਦੇ। ਜੋ ਸਾਡੇ ਮਨ ਇੱਛਤ ਫਲ ਨੇ ਉਹਨਾਂ ਦੇ ਵਿੱਚ ਦੁਨਿਆਵੀ ਫਲ ਆਉਂਦੇ ਹੀ ਨਹੀਂ, ਬਲਕਿ ਸਾਡਾ ਮਨ ਇੱਛਤ ਫਲ ਅਡੋਲ ਰਹਿਣਾ, ਖੁਸ਼ ਰਹਿਣਾ, ਸਦਾ ਆਨੰਦਿਤ ਰਹਿਣਾ ਹੋ ਜਾਂਦਾ ਹੈ। ਅਤੇ ਜਦ ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜੀ ਰੱਖੀਏ, ਅਸੀਂ ਅਡੋਲ ਵੀ ਰਹਿੰਦੇ ਹਾਂ, ਖੁਸ਼ ਵੀ ਰਹਿੰਦੇ ਹਾਂ, ਆਨੰਦਿਤ ਵੀ ਰਹਿੰਦੇ ਹਾਂ, ਅਤੇ ਆਟੋਮੈਟਿਕਲੀ ਕਹਿ ਸਕਦੇ ਹਾਂ ਕਿ ਅਸੀਂ ਆਪਣਾ ਮਨ ਇੱਛਤ ਫਲ ਵੀ ਹਾਸਲ ਕਰ ਲੈਂਦੇ ਹਾਂ। ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੁਲਾਏ, ਸੇਈ ਸੰਤ ਭਲੇ ਤੁਧ ਭਾਵੈ, ਜਿਨ ਕੀ ਪਤ ਪਾਵੈ ਥਾਏ। ਸਿਮਰਨ ਕਰਨਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ। ਸਿਰਜਣਹਾਰ ਬੇਅੰਤ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਬੋਲਦਾ ਹੈ, ਆਪ ਹੀ ਜੀਵਾਂ ਨੂੰ ਬੋਲਣ ਦੇ ਲਈ ਪ੍ਰੇਰਦਾ ਹੈ। ਹੇ ਪ੍ਰਭੂ, ਉਹੀ ਮਨੁੱਖ ਚੰਗੇ ਹਨ, ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ 'ਤੇ ਕਬੂਲ ਹੁੰਦੀ ਹੈ। ਨਾਨਕ ਆਖ ਨਾ ਰਾਜੈ ਹਰ ਗੁਣ, ਜਿਉਂ ਆਖੈ ਤਿਉਂ ਸੁਖ ਪਾਏ। ਦਾਸ ਨਾਨਕ ਪ੍ਰਮਾਤਮਾ ਦੇ ਗੁਣ ਬਿਆਨ ਕਰਦਾ ਰੱਜਦਾ ਹੀ ਨਹੀਂ। ਜਿਉਂ ਨਾਨਕ ਉਸ ਦੀ ਸਿਫਤ ਸਲਾਹ ਕਰਦਾ ਹੈ, ਤਿਉਂ ਆਤਮਿਕ ਆਨੰਦ ਮਾਣਦਾ ਹੈ। ਅਸੀਂ ਵੀ ਇਹ ਅਵਸਥਾ ਹਾਸਲ ਕਰਨੀ ਹੈ। ਸਾਡਾ ਮਨੋਰਥ ਹੈ, ਮਕਸਦ ਹੈ ਸਾਡੇ ਜੀਵਨ ਦਾ ਕਿ ਅਸੀਂ ਇਹ ਅਵਸਥਾ ਹਾਸਲ ਕਰ ਲਈਏ ਕਿ ਜਿਵੇਂ ਪ੍ਰਮਾਤਮਾ ਦਾ ਨਾਮ ਗਾਈਏ, ਨਾਮ ਸਿਮਰਨ ਕਰੀਏ, ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੀਏ, ਤਿਵੇਂ ਸੁੱਖ ਹਾਸਲ ਕਰੀਏ। ਭਗਤ ਭੰਡਾਰ ਦੀਏ ਹਰ ਆਪਣੇ, ਗੁਣ ਗਾਹਕ ਵਣਜ ਲੈ ਜਾਏ। ਇਹ ਭਾਈ, ਪ੍ਰਮਾਤਮਾ ਨੇ ਜੀਵਾਂ ਨੂੰ ਆਪਣੀ ਭਗਤੀ ਦੇ ਖਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਇਹਨਾਂ ਨੂੰ ਖਰੀਦ ਕੇ ਇਸ ਜਗਤ ਤੋਂ ਆਪਣੇ ਨਾਲ ਲੈ ਜਾਂਦਾ ਹੈ। ਪ੍ਰਮਾਤਮਾ ਦੀ ਭਗਤੀ ਦੇ ਖਜ਼ਾਨੇ ਸਾਡੇ ਸਭਨਾਂ ਦੇ ਅੰਦਰ ਨੇ। ਉਹਨਾਂ ਖਜ਼ਾਨਿਆਂ ਨੂੰ ਅਸੀਂ ਤਾਂ ਹੀ ਲੱਭ ਪਾਉਂਦੇ ਹਾਂ ਜੇ ਪ੍ਰਮਾਤਮਾ ਸਾਡੇ 'ਤੇ ਆਪਣੀ ਮਿਹਰ ਕਰਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 368ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਮੀਦ ਕਰਦੇ ਹਾਂ ਅੱਜ ਦੀ ਬਾਣੀ ਦੇ ਵਿੱਚੋਂ ਤੁਹਾਨੂੰ ਜੋ ਵੀ ਸਿੱਖਿਆਵਾਂ ਮਿਲੀਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਜੀਵਨ ਦਾ ਹਿੱਸਾ ਬਣਾਓਗੇ। ਪ੍ਰਮੁੱਖ ਤੌਰ 'ਤੇ ਅਸੀਂ ਇਹ ਸਿੱਖਿਆ ਹੈ ਕਿ ਦੁਨਿਆਵੀ ਕਿਰਿਆਵਾਂ, ਦੁਨਿਆਵੀ ਸਾਜ਼ ਵਜਾਉਣੇ, ਨਾਚ ਨੱਚਣੇ, ਜੋ ਵੀ ਪ੍ਰਕਿਰਿਆਵਾਂ ਮਨੁੱਖ ਨੇ ਨਿਰਧਾਰਤ ਕਰ ਲਈਆਂ ਨੇ ਉਸ ਪਰਮਾਤਮਾ ਦੀ ਭਗਤੀ ਕਰਨ ਦੀਆਂ, ਉਹਨਾਂ ਸਭਨਾਂ ਦੇ ਵਿੱਚ ਵਕਤ ਗਵਾਇਆ ਕੁਝ ਹਾਸਲ ਨਹੀਂ ਹੁੰਦਾ। ਜੇ ਕੁਝ ਹਾਸਲ ਕਰਨਾ ਹੈ ਤਾਂ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਵਸਾਓ, ਮਨ ਦੇ ਵਿੱਚ ਚੇਤੇ ਰੱਖੋ। ਜਿੱਥੇ ਵੀ ਹੋ, ਜਿਸ ਹਾਲਤ ਦੇ ਵਿੱਚ ਵੀ ਹੋ, ਤੁਸੀਂ ਉੱਥੇ ਹੀ ਉਸੇ ਹਾਲਤ ਦੇ ਵਿੱਚ ਰਹਿੰਦੇ ਹੋਏ ਹੀ ਉਸ ਪਰਮਾਤਮਾ ਦੇ ਨਾਲ ਸਾਂਝ ਗੰਢ ਸਕਦੇ ਹੋ, ਪਰਮਾਤਮਾ ਨੂੰ ਚੇਤੇ ਕਰ ਸਕਦੇ ਹੋ, ਉਹਦਾ ਨਾਮ ਸਿਮਰ ਸਕਦੇ ਹੋ। ਇਹਨਾਂ ਸਭਨਾਂ ਦੇ ਲਈ ਤੁਹਾਨੂੰ ਕਿਸੇ ਖਾਸ ਵਿਧੀਆਂ ਦੀ ਜ਼ਰੂਰਤ ਨਹੀਂ। ਇਹ ਕੇਂਦਰੀ ਸੰਦੇਸ਼ ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਲੈ ਕੇ ਚੱਲਣਾ ਹੈ। ਆਓ ਇਸ ਸੰਦੇਸ਼ ਨੂੰ ਆਪਣੇ ਜੀਵਨਾਂ ਦਾ ਹਿੱਸਾ ਬਣਾਈਏ। ਇੱਥੇ ਹੀ ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।